ਹੈਲੋ ਸਟੂਡੈਂਟਸ, ਵੈਲਕਮ ਟੂ ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਸੀਂ ਸਾਡੇ ਚੈਨਲ ਉੱਪਰ ਵੱਖ-ਵੱਖ ਪੇਪਰਾਂ ਦੀ ਪ੍ਰੈਪਰੇਸ਼ਨ ਕਰ ਰਹੇ ਹੋ, ਸੋ ਸਟੂਡੈਂਟਸ ਸਭ ਤੋਂ ਪਹਿਲਾਂ ਆਪਾਂ ਚੈਨਲ ਬਣਾਇਆ ਸੀ ਐਨਟੀਟੀ ਦੇ ਜਿਹੜੇ ਸਟੂਡੈਂਟਸ ਨੇ ਜੋ DECE ਦਾ ਕੋਰਸ ਭਾਵ ਕਿ ਡਿਪਲੋਮਾ ਇਨ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਇਗਨੂ ਤੋਂ ਕਰਦੇ ਨੇ, ਉਹਨਾਂ ਨੂੰ ਫ੍ਰੀ ਪੜਾਇਆ ਗਿਆ ਸੀ ਇਸ ਚੈਨਲ ਦੇ ਉੱਪਰ। ਇਸ ਤੋਂ ਬਾਅਦ ਆਪਾਂ ਮਾਸਟਰ ਕੈਡਰ SST ਦੇ ਲਈ ਮਾਡਰਨ ਇੰਡੀਆ ਦੀ ਸ਼ੁਰੂਆਤ ਕੀਤੀ ਔਰ ਉਸ ਨੂੰ ਕੰਪਲੀਟ ਕਰਵਾਇਆ ਤੇ ਪੇਪਰ ਦੇ ਵਿੱਚ ਸਾਡੇ ਕੁਐਸਚਨ ਜਿਹੜੇ ਆਏ ਵੀ ਆ, ਤਾਂ ਤੁਸੀਂ ਸਾਡਾ ਮੌਕ ਸੈਸ਼ਨ ਲਾ ਕੇ ਦੇਖ ਵੀ ਸਕਦੇ ਹੋ ਕਿ ਜੋ ਪੇਪਰ 'ਚ ਪ੍ਰਸ਼ਨ ਸੀ ਇੱਕ ਦਿਨ ਪਹਿਲਾਂ ਅਸੀਂ ਮੌਕ ਸੈਸ਼ਨ ਦੇ ਵਿੱਚ ਸੇਮ ਉਹੋ ਜਿਹੇ ਜਿਹੜੇ ਪ੍ਰਸ਼ਨ ਸੀਗੇ ਕਰਵਾਏ ਵੀ ਸੀਗੇ ਔਰ ਉਹ ਪ੍ਰਸ਼ਨ ਸਾਡੇ ਕਰਵਾਏ ਹੋਏ ਕੰਮ 'ਚੋਂ ਆਏ ਵੀ ਨੇ। ਠੀਕ ਹੈ ਜੀ, ਤਾਂ ਤੁਸੀਂ ਜੇਕਰ ਸਾਡਾ ਮੌਕ ਸੈਸ਼ਨ 2 ਮਿੰਟ ਦਾ ਹੀ ਲਾ ਲੋਗੇ ਤਾਂ ਤੁਹਾਨੂੰ ਪਹਿਲੇ 1 ਜਾਂ 2 ਕੁਐਸਚਨਾਂ ਦੇ ਵਿੱਚੋਂ ਹੀ ਤੁਹਾਨੂੰ ਇਹੋ ਜਿਹਾ ਕੁਐਸਚਨ ਮਿਲ ਜਾਊਗਾ ਜਿਹੜਾ ਕਿ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ। ਸੋ ਸਾਡਾ ਗੈਸ ਹੈ ਜੋ ਬਿਲਕੁਲ ਕਰੈਕਟ, ਔਰ ਮੌਕ ਸੈਸ਼ਨ ਹੈ ਉਹ ਇਸ ਤਰੀਕੇ ਨਾਲ ਬਣਾਇਆ ਜਾਂਦਾ ਹੈ ਕਿ ਜੋ ਪੇਪਰ ਦੇ ਨਜ਼ਰੀਏ ਤੋਂ ਐਗਜ਼ਾਮੀਨਰ ਨੇ ਪੇਪਰ ਬਣਾਉਣਾ ਹੈ ਤਾਂ ਉਹ ਜਿਹੜਾ ਕੰਮ ਉਸ ਆਧਾਰ ਦੇ ਉਸ ਲੈਵਲ ਦੇ ਉੱਪਰ ਤਿਆਰ ਕੀਤਾ ਜਾਂਦਾ ਹੈ। ਸੋ ਸਟੂਡੈਂਟ ਸਾਡੇ ਨਾਲ ਜੁੜੇ ਰਹੋ, ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਵੀਡੀਓ ਨੂੰ ਸ਼ੇਅਰ ਕਰੋ ਆਪਣੇ WhatsApp ਗਰੁੱਪਸ ਦੇ ਵਿੱਚ, ਟੈਲੀਗ੍ਰਾਮ ਚੈਨਲਸ ਦੇ ਉੱਪਰ। ਔਰ ਸਟੂਡੈਂਟਸ ਜਿਹੜੇ ਸਟੂਡੈਂਟ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸੋ ਸਟੂਡੈਂਟਸ ਆਪਾਂ ਮੈਡੀਵਲ ਇੰਡੀਆ ਕਰ ਰਹੇ ਹਾਂ, ਯਾਨੀ ਕਿ ਮੱਧਕਾਲ ਭਾਰਤ ਦਾ ਇਤਿਹਾਸ ਪੜ੍ਹ ਰਹੇ ਹਾਂ। ਤਾਂ ਆਪਾਂ ਇਸ ਤੋਂ ਪਹਿਲਾਂ ਸੂਫੀ ਅੰਦੋਲਨ ਦੇ ਬਾਰੇ ਵਿੱਚ ਪੜ੍ਹਿਆ। ਅੱਜ ਸਾਡੀ ਜੋ ਕਲਾਸ ਲੈਣ ਵਾਲੀ ਹੈ ਉਹ ਹੈ ਭਗਤੀ ਅੰਦੋਲਨ। ਤਾਂ ਇਸ ਦਾ 1 ਜਾਂ 2 ਸੈਸ਼ਨ ਹੋਰ ਲਵਾਂਗੇ ਤਾਂ ਭਗਤੀ ਅੰਦੋਲਨ 1 ਸੈਸ਼ਨ ਹੈ ਜਿਹੜਾ ਅੱਜ ਇਸ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ। ਸਟੂਡੈਂਟਸ ਦੇਖੋ, ਭਗਤੀ ਅੰਦੋਲਨ ਸ਼ੁਰੂ ਕਿਉਂ ਹੋਇਆ। ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਕਿ ਕਿਉਂ ਸ਼ੁਰੂ ਹੋਇਆ। ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਭਗਤੀ ਅੰਦੋਲਨ ਕਿਉਂ ਸ਼ੁਰੂ ਹੋਇਆ ਸੀ। ਦੇਖੋ, ਤੁਹਾਨੂੰ ਪਤਾ ਹੈ ਜਿਹੜਾ ਪ੍ਰਾਚੀਨ ਭਾਰਤ ਸੀ ਇਹਦੇ ਵਿੱਚ ਕੀ ਸੀ, ਮੋਸਟਲੀ ਜਿਹੜੇ ਹਿੰਦੂ ਲੋਕ ਸੀ ਪ੍ਰਾਚੀਨ ਚ। ਮੱਧਕਾਲ ਦੇ ਵਿੱਚ ਕੀ ਆ ਗਿਆ ਸੀਗਾ, ਜ਼ਿਆਦਾ ਮੁਸਲਿਮ ਸੀਗੇ। ਠੀਕ ਹੈ, ਔਰ ਆਧੁਨਿਕ ਭਾਰਤ ਦੀ ਜੇਕਰ ਗੱਲ ਕਰੀਏ, ਆਧੁਨਿਕ ਭਾਰਤ ਤਾਂ ਜ਼ਿਆਦਾ ਕੌਣ ਸੀਗੇ, ਲਾਰਡ। ਠੀਕ ਹੈ, ਯਾਨੀ ਕਿ ਅੰਗਰੇਜ਼ਾਂ ਦਾ ਜਿਹੜਾ ਰੋਲ ਹੁੰਦਾ ਇੱਥੇ। ਠੀਕ ਹੈ, ਹੁਣ ਜਿਹੜੇ ਪ੍ਰਾਚੀਨ ਭਾਰਤ ਦੇ ਲੋਕ ਸੀਗੇ ਉਹ ਕਿਸੇ ਆਪਣਾ ਧਰਮ ਪਰਿਵਰਤਨ ਕਰਨ ਲੱਗ ਜੇ। ਹੁਣ ਧਰਮ ਪਰਿਵਰਤਨ ਕਰਨ ਦੇ ਕਰਕੇ ਹੋਰ ਧਰਮਾਂ 'ਚ ਜਾਣ ਲੱਗ ਪਏ। ਦੇਖੋ, ਬੁੱਧ ਤੇ ਜੈਨ ਧਰਮ ਸਭ ਤੋਂ ਜ਼ਿਆਦਾ ਵਧਿਆ ਫੁੱਲਿਆ ਕਦੋਂ, ਪ੍ਰਾਚੀਨ ਭਾਰਤ ਦੇ ਵਿੱਚ। ਔਰ ਇਹਨਾਂ ਦੇ ਜਿਹੜੇ ਮੋਢੀ ਸੀਗੇ ਉਹ ਕੀ ਸੀਗੇ, ਦੋਵੇਂ ਕੀ ਸੀ, ਹਿੰਦੂ ਸੀ। ਚਾਹੇ ਗੌਤਮ ਬੁੱਧ ਦੀ ਆਪਾਂ ਗੱਲ ਕਰ ਲਈਏ ਔਰ ਜਾਂ ਫਿਰ ਸਵਾਮੀ ਮਹਾਵੀਰ ਦੀ ਗੱਲ ਕਰ ਲਈਏ। ਪਰ ਕੀ ਹੁੰਦਾ, ਦੇਖੋ ਪ੍ਰਾਚੀਨ ਭਾਰਤ ਵਿੱਚ ਮੁਹੰਮਦ ਬਿਨ ਕਾਸਿਮ ਆਉਂਦਾ 627 AD। ਦੇਖੋ, ਮੁਸਲਿਮ ਵੀ ਆ ਰਹੇ ਸੀ ਔਰ ਆਪਣੇ ਲੋਕ ਜਿਹੜੇ ਨੇ ਧਰਮ ਪਰਿਵਰਤਨ ਕਰ ਰਹੇ ਸਨ। ਹੁਣ ਧਰਮ ਪਰਿਵਰਤਨ ਕਰਨ ਦੇ ਨਾਲ ਕੀ ਹੋਇਆ, ਹਿੰਦੂ ਧਰਮ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ। ਹੁਣ ਹਿੰਦੂ ਧਰਮ ਨੂੰ ਜੇਕਰ ਦੇਖੋ ਘਾਟਾ ਪਏਗਾ ਤਾਂ ਹਿੰਦੂ ਲੋਕ ਕਨਵਰਟ ਕਿਹਦੇ ਚ ਹੋ ਰਹੇ ਸੀ, ਕੋਈ ਬੁੱਧੀ ਚ ਜਾ ਰਿਹਾ ਸੀ, ਕੋਈ ਜੈਨੀ ਚ ਜਾ ਰਿਹਾ ਸੀ। ਤਾਂ ਇਹਦੇ ਵਿੱਚ ਹੀ ਸ਼ੁਰੂ ਹੁੰਦਾ ਭਗਤੀ ਅੰਦੋਲਨ। ਚੱਲਦਾ ਤਾਂ ਪਹਿਲਾਂ ਤੋਂ ਹੀ ਆ ਰਿਹਾ, ਬਹੁਤ ਪੁਰਾਣੇ ਸਮੇਂ ਤੋਂ, ਪਰ ਵੱਧਦਾ ਫੁੱਲਦਾ ਕਦੋਂ, ਜਦੋਂ ਦੇਖਦਾ ਕਿ ਹਿੰਦੂ ਜਿਹੜੇ ਲੋਕ ਨੇ ਆਪਣਾ ਧਰਮ ਪਰਿਵਰਤਨ ਕਰ ਰਹੇ ਨੇ। ਔਰ ਹਿੰਦੂਆਂ ਦੀ ਖਾਸੀਅਤ ਕੀ ਹੈ, ਦੇਖੋ, ਚਾਹੇ ਕੋਈ ਜਰਨਲ ਹੈ, ਚਾਹੇ BC ਹੈ, OBC ਹੈ, ਚਾਹੇ ਕੋਈ SC ST ਹੈ, ਤਾਂ ਸਾਰੇ ਕਬੀਲੇ ਜਾਂ ਸਾਰੇ ਕੈਟਾਗਰੀਜ਼ ਦੇ ਲੋਕ, ਚਾਹੇ ਉਹ ਹਿੰਦੂ ਹੈ, ਹਿੰਦੂਆਂ ਦੀ ਗੱਲ ਚੱਲ ਰਹੀ ਹੈ ਇੱਥੇ, ਹਿੰਦੂਆਂ ਦੀ। ਔਰ ਜਿਹੜੇ ਹਿੰਦੂ ਹੈ ਉਹ ਕੀ ਨੇ, ਰਾਮ ਦੀ ਰਿਸਪੈਕਟ ਬਰਾਬਰ ਕਰਦੇ ਆ। ਪਰ ਮੁਸਲਿਮ ਚ ਕੀ ਹੋਇਆ, ਮੁਸਲਿਮ ਦੇ ਵਿੱਚ ਸ਼ੀਆ ਸੁੰਨੀ ਆਪਸ ਚ ਵੰਡੇ ਗਏ। ਠੀਕ ਹੈ, ਤਾਂ ਇੱਕ ਦੂਜੇ ਨੂੰ ਮਾੜਾ ਸਮਝਦੇ ਸੀਗੇ। ਓਕੇ ਜੀ, ਕੋਈ ਹਜ਼ਰਤ ਫਾਤਿਮਾ ਨੂੰ ਆਪਣੀ ਸੰਤਾਨ ਜਿਹੜੀ ਹੈ ਮੰਨਦੇ ਸੀਗੇ। ਤਾਂ ਇਸ ਤਰ੍ਹਾਂ ਜਿਹੜਾ ਇਹਨਾਂ ਦਾ ਬਟਵਾਰਾ ਹੁੰਦਾ ਜਾਂਦਾ। ਉਵੇਂ ਬੁੱਧ ਧਰਮ ਦੇ ਵਿੱਚ ਹੀਨਾਯਾਨ ਚੱਲ ਪੈਂਦਾ ਅਲੱਗ ਤੋਂ, ਫਿਰ ਚੱਲ ਪੈਂਦਾ ਮਹਾਯਾਨ। ਠੀਕ ਹੈ, ਤਾਂ ਇਹ ਵੀ ਜਿਹੜੇ ਨੇ ਵਿਚਾਰਧਾਰਾ ਇਹਨਾਂ ਦੀਆਂ ਅਲੱਗ-ਅਲੱਗ ਹੋ ਗਈਆਂ ਸੀ। ਪਰ ਇਧਰੋਂ ਆਪਾਂ ਜੇਕਰ ਹੁਣ ਜੈਨ ਧਰਮ ਦੀ ਗੱਲ ਕਰੀਏ ਤਾਂ ਇੱਥੇ ਵੀ ਦਿਗੰਬਰ ਤੇ ਸ਼ਵੇਤੰਬਰ ਚੱਲ ਪਏ ਸੀਗੇ।
ਠੀਕ ਹੈ। ਤਾਂ ਇੱਥੇ ਵੀ ਕੀ ਹੋ ਗਿਆ ਸੀ, ਲੋਕਾਂ ਦੀਆਂ ਵਿਚਾਰਧਾਰਾ ਜਿਹੜੀਆਂ ਬਦਲ ਗਈਆਂ ਸੀ। ਪਰ ਹਿੰਦੂ ਧਰਮ ਇੱਕ ਇਹੋ ਜਿਹਾ ਧਰਮ ਹੈ, ਵਿਚਾਰਧਾਰਾ ਨਹੀਂ ਸੀ ਬਦਲੀ, ਲੋਕ ਜਿਹੜੇ ਸੀ ਸ਼੍ਰੇਣੀਆਂ 'ਚ ਵੰਡੇ ਗਏ ਸੀ। ਠੀਕ ਹੈ, ਲੋਕ ਉੱਚੀ ਨੀਵੀਂ ਸ਼੍ਰੇਣੀਆਂ ਦੇ ਵਿੱਚ ਵੰਡੇ ਗਏ ਸੀਗੇ। ਤਾਂ ਭਗਤੀ ਅੰਦੋਲਨ ਨੇ ਇਹਨਾਂ ਲੋਕਾਂ ਨੂੰ ਇਕੱਠੇ ਕਰਨ ਦਾ ਯਤਨ ਕੀਤਾ ਸੀ। ਠੀਕ ਹੈ ਜੀ, ਇਹ ਸੀਗਾ ਸਾਡਾ ਭਗਤੀ ਅੰਦੋਲਨ। ਇਹ ਗੱਲ ਨੂੰ ਹੁਣ ਤੁਸੀਂ ਪੱਲੇ ਬੰਨ ਲੈਣਾ, ਯਾਦ ਰੱਖ ਲੈਣਾ ਚੰਗੀ ਤਰ੍ਹਾਂ ਕਿ ਭਗਤੀ ਅੰਦੋਲਨ ਜਿਹੜਾ ਸ਼ੁਰੂ ਕਾਹਤੋਂ ਹੋਇਆ ਸੀਗਾ। ਹਿੰਦੂਆਂ ਦਾ ਮੋਸਟਲੀ ਇੱਥੇ ਜਿਹੜਾ ਉਭਾਰ ਹੁੰਦਾ, ਸਾਰੇ ਹਿੰਦੂ ਜਿਹੜੇ ਨੇ ਉੱਭਰ ਕੇ ਸਾਹਮਣੇ ਆਉਂਦੇ ਨੇ, ਚਾਹੇ ਉਹ ਭਗਤ ਪੀਪਾ ਜੀ, ਕਬੀਰ ਜੀ ਦੀ ਗੱਲ ਕਰ ਲਈਏ। ਠੀਕ ਹੈ ਜੀ, ਚਲੋ ਜੀ ਆਪਾਂ ਅੱਜ ਦੇ ਕੁਐਸਚਨ ਵੱਲ ਵਧਦੇ ਹਾਂ। ਸਾਡੇ ਕੋਲੇ ਅੱਜ ਦਾ ਪਹਿਲਾ ਪ੍ਰਸ਼ਨ ਹੈ, ਭਗਤੀ ਅੰਦੋਲਨ ਬਾਰੇ ਕਿਸ ਗ੍ਰੰਥ ਜਾਂ ਪੁਸਤਕ ਵਿੱਚ ਸਭ ਤੋਂ ਜ਼ਿਆਦਾ ਜ਼ਿਕਰ ਹੈ? ਦੱਸੋ ਜੀ। ਉਪਨਿਸ਼ਦ ਵਿੱਚ, ਪੁਰਾਣ ਵਿੱਚ, ਮਹਾਕਾਵਿ ਚ, ਆਰਣਯਕ ਚ। ਤਾਂ ਦੇਖੋ ਜ਼ਿਕਰ ਕੀਤਾ ਗਿਆ ਸਿਰਫ, ਪਰ ਇਹਦਾ ਵਿਸਤਾਰ ਨਾਲ ਵਿਸਤ੍ਰਿਤ ਰੂਪ ਵਿੱਚ ਜ਼ਿਕਰ ਨਹੀਂ ਕੀਤਾ ਗਿਆ। ਵਿਸਤਾਰ ਨਾਲ ਸਿਰਫ ਗੱਲ ਕੀਤੀ ਗਈ ਸੀ ਸਭ ਤੋਂ ਪਹਿਲਾਂ। ਠੀਕ ਹੈ ਜੀ, ਤਾਂ ਉਹ ਕਿਹਦੇ ਵਿੱਚ ਕੀਤੀ ਗਈ ਸੀ? ਇਹ ਆਪਣੀ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ, ਉਪਨਿਸ਼ਦ। ਹੁਣ ਉਪਨਿਸ਼ਦ ਦਾ ਮਤਲਬ ਕੀ ਹੁੰਦਾ? ਗੁਰੂ ਦੇ ਕੋਲ ਬੈਠ ਕੇ ਪੜ੍ਹਨਾ। ਗੁਰੂ ਦੇ ਕੋਲ, ਜਿਵੇਂ ਆਪਾਂ ਟੀਚਰਸ ਜਿਹੜੇ ਨੇ ਉਹ ਸਟੂਡੈਂਟਸ ਨੂੰ ਪੜ੍ਹਾਉਂਦੇ ਨੇ, ਸਟੂਡੈਂਟ ਜਿਹੜੇ ਟੀਚਰ ਦੇ ਕੋਲ ਬੈਠ ਕੇ ਪੜ੍ਹਦੇ ਨੇ, ਤਾਂ ਉਹ ਹੁੰਦੇ ਸੀਗੇ ਉਪਨਿਸ਼ਦ। ਪੁਰਾਣ ਜਿਹੜੇ ਪੁਰਾਣੇ ਗ੍ਰੰਥ ਨੇ, ਮਹਾਕਾਵਿ ਤੁਹਾਨੂੰ ਪਤਾ ਹੀ ਆ, ਰਾਮਾਇਣ ਤੇ ਮਹਾਭਾਰਤ। ਠੀਕ ਹੈ ਜੀ, ਔਰ ਆਰਣਯਕ ਜੋ ਜੰਗਲਾਂ 'ਚ ਬੈਠ ਕੇ ਪੜ੍ਹੇ ਜਾਂਦੇ ਸਨ। ਠੀਕ ਹੈ ਜੀ, ਇਹ ਇਸ ਤਰੀਕੇ ਨਾਲ ਦੇਖੇ ਜਾਣਗੇ। ਅੱਗੇ ਹੈ ਜੀ, ਭਗਤੀ ਅੰਦੋਲਨ ਬਾਰੇ ਵਿਸਤ੍ਰਿਤ ਜਾਣਕਾਰੀ ਕਿਸ ਵਿੱਚ ਦਰਜ ਹੈ? ਹੁਣ ਵਿਸਤ੍ਰਿਤ ਮਤਲਬ ਪੂਰਾ ਭੰਡਾਰ, ਉਹ ਕਿਹਦੇ ਵਿੱਚ ਦਰਜ ਹੈ? ਇਹ ਪੁੱਛਿਆ ਆਪਾਂ ਨੂੰ ਭਗਤੀ ਅੰਦੋਲਨ ਦਾ। ਰਾਮਾਇਣ ਵਿੱਚ, ਭਾਗਵਤ ਗੀਤਾ 'ਚ, ਮਹਾਭਾਰਤ 'ਚ, ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਦੇਖੋ ਜੀ, ਇਹ ਸੀਗੀ ਭਾਗਵਤ ਗੀਤਾ ਦੇ ਵਿੱਚ। ਹੁਣ ਭਾਗਵਤ ਜਿਹੜਾ ਸ਼ਬਦ ਹੈ ਕਿੰਦਾ ਸੀਗਾ? ਸ਼੍ਰੀ ਕ੍ਰਿਸ਼ਨ ਜੀ ਤੋਂ ਲੱਗਿਆ। ਔਰ ਸ਼੍ਰੀ ਕ੍ਰਿਸ਼ਨ ਜੀ ਕਿੰਦੇ ਭਗਤ ਸੀਗੇ? ਵਿਸ਼ਨੂੰ ਦੇ ਭਗਤ ਸੀ। ਠੀਕ ਹੈ, ਇਹ ਚੀਜ਼ਾਂ ਤੁਸੀਂ ਯਾਦ ਰੱਖ ਲੈਣੀਆਂ। ਤਾਂ ਭਾਗਵਤ ਗੀਤਾ ਦੇ ਵਿੱਚ ਕੀ ਆ? ਭਗਤੀ ਅੰਦੋਲਨ ਦਾ ਜਿਹੜਾ ਵਿਸਤ੍ਰਿਤ ਰੂਪ ਹੈ। ਅੱਗੇ ਹੈ ਜੀ, ਹਿੰਦੂ ਭਗਤੀ ਅੰਦੋਲਨ ਜਿਹੜਾ ਕਿੰਨੇ ਭਾਗਾਂ 'ਚ ਵੰਡਿਆ ਗਿਆ ਸੀ? ਤਾਂ ਦੇਖੋ ਜੀ, ਹਿੰਦੂ ਭਗਤੀ ਅੰਦੋਲਨ ਹੈ ਜਿਹੜਾ ਦੋ ਭਾਗਾਂ 'ਚ ਵੰਡਿਆ ਗਿਆ ਸੀਗਾ। ਇੱਕ ਸੀਗਾ ਅਲਵਾਰ, ਅਲਵਾਰ, ਤੇ ਦੂਜਾ ਕਿਹੜਾ ਸੀਗਾ? ਨੈਨਾਰ। ਠੀਕ ਹੈ ਜੀ, ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ ਚੌਥਾ ਪ੍ਰਸ਼ਨ ਹੈ, ਅਲਵਾਰ ਕਿਸ ਨੂੰ ਗੁਰੂ ਮੰਨਦੇ ਸਨ? ਦੱਸੋ ਜੀ, ਅਲਵਾਰ ਕਿਸ ਨੂੰ ਆਪਣਾ ਗੁਰੂ ਮੰਨਦੇ ਸਨ? ਸ਼੍ਰੀ ਕ੍ਰਿਸ਼ਨ ਨੂੰ, ਵਿਸ਼ਨੂੰ ਨੂੰ, ਸ਼ੰਕਰ ਨੂੰ, ਜਾਂ ਰਾਮ? ਤਾਂ ਦੇਖੋ ਜੀ, ਸ਼ੰਕਰ ਇੱਥੇ ਰਾਈਟ ਆਪਸ਼ਨ ਹੋ ਜਾਂਦੀ ਹੈ। ਇੱਥੇ ਸ਼ਿਵ ਵੀ ਆ ਸਕਦਾ, ਸ਼ੈਵ ਵੀ ਆ ਸਕਦਾ, ਸ਼ਿਵ ਸ਼ੰਕਰ ਵੀ ਆ ਸਕਦਾ, ਇੱਕੋ ਹੀ ਗੱਲ ਹੈ। ਠੀਕ ਹੈ ਜੀ, ਸ਼ੈਵ ਵੀ ਆ ਸਕਦਾ। ਤਾਂ ਇਹ ਜਿਹੜੇ ਸੀਗੇ ਆਪਣਾ ਕਹਿ ਸਕਦੇ ਹਾਂ ਕਿ ਆਪਾਂ ਸੰਤਾਨ ਵੀ ਕਹਿ ਦਈਏ ਜਾਂ ਫਿਰ ਸੰਸਥਾਪਕ ਵੀ ਕਹਿ ਦਈਏ। ਠੀਕ ਹੈ, ਉਹ ਮੰਨਦੇ ਸੀਗੇ, ਸ਼ਿਵ ਸ਼ੰਕਰ ਦੀਆਂ ਵਿਚਾਰਧਾਰਾ ਦੇ ਵਿੱਚ ਵਿਸ਼ਵਾਸ ਰੱਖਦੇ ਸੀ। ਔਰ ਜਿਹੜੇ ਨੈਨਾਰ ਸੀਗੇ, ਹੁਣ ਦੇਖੋ ਨੈਨਾਰ ਆਪਾਂ ਨੂੰ ਪੁੱਛ ਲਿਆ, ਸ਼੍ਰੀ ਕ੍ਰਿਸ਼ਨ ਜੀ, ਬ੍ਰਹਮਾ ਜੀ, ਜਾਂ ਸ਼ੰਕਰ ਜੀ, ਜਾਂ ਵਿਸ਼ਨੂੰ ਜੀ। ਤਾਂ ਇਹ ਦੱਸੋ ਜੀ, ਕਿਹਨੂੰ ਆਪਣਾ ਗੁਰੂ ਜਾਂ ਕਿਸ ਵਿੱਚ ਆਪਣਾ ਵਿਸ਼ਵਾਸ ਰੱਖਦੇ ਸੀ? ਤਾਂ ਇਹ ਰੱਖਦੇ ਸੀਗੇ ਜੀ ਵਿਸ਼ਨੂੰ 'ਚ। ਠੀਕ ਹੈ, ਵਿਸ਼ਨੂੰ 'ਚ। ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਨੈਨਾਰ ਯਾਦ ਰੱਖ ਲਿਓ, ਤੀਜਾ ਨੇਤਰ ਖੋਲਣਾ। ਠੀਕ ਹੈ, ਆਪਾਂ ਮਤਲਬ ਕਿ ਟ੍ਰਿਕ ਬਣਾਣੀ ਹੋਵੇ। ਨੈਣ ਕੀ ਹੁੰਦਾ? ਨੈਣ ਨੇਤਰ ਨੂੰ ਕਹਿੰਦੇ ਨਾ, ਅੱਖ ਨੂੰ। ਹਿੰਦੀ ਦਾ ਪਰਾਇਵਾਚੀ ਹੈ, ਸਮਾਨਾਰਥਕ ਸ਼ਬਦ ਜਿਹਨੂੰ ਬੋਲ ਦਿੰਦੇ ਆ। ਆਪਾਂ ਕਹਿ ਦਈਏ ਤੀਜੀ ਅੱਖ ਖੁੱਲਣਾ, ਤਾਂ ਕਿਵੇਂ ਖੁੱਲੂਗੀ? ਜਦੋਂ ਵਿਸ਼ਨੂੰ ਜੀ ਨੂੰ ਯਾਦ ਕਰਾਂਗੇ। ਇਸ ਤਰੀਕੇ ਨਾਲ ਵੀ ਤੁਸੀਂ ਯਾਦ ਰੱਖ ਸਕਦੇ ਹੋ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 6ਵਾਂ ਪ੍ਰਸ਼ਨ ਹੈ, ਭਾਰਤ ਦੇ ਕਿਸ ਭਾਗ ਵਿੱਚ ਭਗਤੀ ਅੰਦੋਲਨ ਦਾ ਸਭ ਤੋਂ ਜ਼ਿਆਦਾ ਵਿਸਤਾਰ ਹੋਇਆ? ਤਾਂ ਦੇਖੋ ਜੀ, ਆਪਾਂ ਭਾਰਤ ਦਾ ਥੋੜਾ ਮੈਪ ਲੈ ਲਈਏ। ਇਸ ਤਰ੍ਹਾਂ ਦਾ ਮੈਪ ਹੈ ਭਾਰਤ ਦਾ। ਠੀਕ ਹੈ, ਦੇਖੋ ਹੁਣ ਕਰੈਕਟ ਨਹੀਂ ਹੈਗਾ, ਇਹਦੇ ਤੇ ਕਿੰਤੂ ਪਰੰਤੂ ਨਾ ਕਰਨ ਲੱਗ ਜਾਏ ਜੀ। ਠੀਕ ਹੈ, ਆ ਸਾਈਡ ਆਪਣੀ ਨਾਰਥ ਯਾਨੀ ਕਿ ਉੱਤਰ, ਆ ਹੈਗੀ ਆ ਸਾਊਥ ਯਾਨੀ ਕਿ ਦੱਖਣ, ਆ ਈਸਟ ਆਪਣੇ ਕੋਲੇ ਅਰੁਣਾਚਲ ਪ੍ਰਦੇਸ਼ ਸਾਈਡ ਯਾਨੀ ਕਿ ਸਾਡੇ ਕੋਲੇ ਪੂਰਬੀ ਇਲਾਕਾ, ਔਰ ਆ ਸਾਡੇ ਕੋਲੇ ਵੈਸਟ ਯਾਨੀ ਕਿ ਪੱਛਮੀ ਇਲਾਕਾ। ਤਾਂ ਦੇਖੋ ਇੱਧਰ ਤਾਂ ਸੀਗਾ ਸਭ ਤੋਂ ਜ਼ਿਆਦਾ 6ਵੀਂ ਤੇ 7ਵੀਂ ਸ਼ਤਾਬਦੀ 'ਚ ਬੁੱਧ ਤੇ ਜੈਨੀਆਂ ਦਾ ਅਸਰ। ਇਧਰੋਂ ਕੌਣ ਆਉਂਦਾ? 7ਵੀਂ ਸ਼ਤਾਬਦੀ ਦੇ ਵਿੱਚ 627 ਈਸਵੀ 'ਚ ਆਪਾਂ ਦੇਖਿਆ ਨਾ ਕੌਣ ਆਇਆ ਸੀਗਾ? ਤਾਂ ਉਹ ਮੁਹੰਮਦ ਬਿਨ ਕਾਸਿਮ, ਮੁਸਲਮਾਨ ਸੀਗੇ ਜਿਹੜੇ
17 ਸਾਲ ਦੀ ਉਹਦੀ ਉਮਰ ਸੀਗੀ ਤੇ ਆਇਆ ਸੀ ਸਿੰਧ ਤੇ ਮੁਲਤਾਨ ਦੇ ਇਲਾਕੇ ਚੋਂ। ਹੁਣ ਆਹ ਵਾਲਾ ਇਲਾਕਾ ਪਿਆ ਸੀ ਖਾਲੀ, ਔਰ ਇੱਥੇ ਫਿਰ ਉਹਨਾਂ ਨੇ ਜਿਹੜਾ ਭਗਤੀ ਅੰਦੋਲਨ ਹੈ ਜਿਹੜਾ ਸ਼ੁਰੂ ਕੀਤਾ ਸੀ, ਯਾਨੀ ਕਿ ਇੱਥੇ ਹਿੰਦੂ ਲੋਕ ਜ਼ਿਆਦਾ ਸੀਗੇ। ਤਾਮਿਲਨਾਡੂ ਦਾ ਇਲਾਕਾ ਵੀ ਆਪਾਂ ਕਹਿ ਸਕਦੇ ਹਾਂ, ਠੀਕ ਹੈ ਜੀ। ਆਹ ਸਾਰਾ ਇਲਾਕਾ ਹੀ ਸਮਝ ਲੈਣਾ। ਤਾਂ ਹੁਣ ਜਿਹੜਾ ਦੱਖਣੀ ਦੇ ਵਿੱਚ ਕੀ ਸੀਗਾ, ਸਭ ਤੋਂ ਜ਼ਿਆਦਾ ਇਸ ਦਾ ਵਿਸਥਾਰ ਹੁੰਦਾ, ਠੀਕ ਹੈ ਜੀ। ਅੱਗੇ ਹੈ ਜੀ ਸ਼ੰਕਰਾਚਾਰਿਆ ਕਿਸ ਦੇ ਭਗਤ ਸਨ। ਦੇਖੋ ਇਹਨਾਂ ਦਾ ਨਾਮ ਜਿਹੜਾ ਸ਼ੰਕਰਾ ਸੀ, ਇਹਨਾਂ ਦੇ ਪਿਤਾ ਜੀ ਨੇ ਰੱਖਿਆ ਸੀ ਸ਼ੰਕਰਾਚਾਰਿਆ। ਹੁਣ ਉਹ ਕਿਸੇ ਦੇ ਭਗਤ ਹੋਣਗੇ ਤਾਂ ਹੀ ਰੱਖਣਗੇ ਨਾ, ਜਾਂ ਕਿਸੇ ਲੌਜੀਕਲ ਕਾਰਨ ਦੇ ਕਰਕੇ ਰੱਖਿਆ ਹੋਊਗਾ। ਉਹ ਸ਼ੰਕਰ ਕਰਕੇ ਰੱਖਿਆ, ਜਾਂ ਬ੍ਰਹਮਾ, ਜਾਂ ਰਾਮ, ਜਾਂ ਕ੍ਰਿਸ਼ਨ। ਦੇਖੋ ਇਹ ਭਗਤ ਸੀਗੇ ਸ਼ੰਕਰ ਦੇ, ਇਸ ਕਰਕੇ ਇਹਨਾਂ ਦਾ ਨਾਮ ਰੱਖ ਦਿੱਤਾ ਸ਼ੰਕਰਾਚਾਰਿਆ, ਠੀਕ ਹੈ। ਇਹ ਚੀਜ਼ਾਂ ਜਿਹੜੀਆਂ ਤੁਸੀਂ ਯਾਦ ਰੱਖਣੀਆਂ। ਅੱਗੇ ਹੈ ਜੀ ਕਿਸ ਨੇ ਬੁੱਧ ਧਰਮ ਹਿੰਦੂ ਧਰਮ ਵਿੱਚੋਂ ਬੁੱਧ ਅਤੇ ਜੈਨ ਧਰਮ ਵਿੱਚ ਗਏ ਲੋਕਾਂ ਨੂੰ ਵਾਪਸ ਲੈ ਕੇ ਆਉਣ ਦਾ ਯਤਨ ਕੀਤਾ। ਤਾਂ ਦੱਸੋ ਜੀ ਉਹ ਕਿਹੜਾ ਵਿਅਕਤੀ ਸੀ ਜਿਹੜਾ ਆਪਣੇ ਲੋਕ, ਹਿੰਦੂ ਲੋਕ ਸੀਗੇ ਜਿਹੜੇ, ਉਹ ਚਲੇ ਗਏ ਸੀ ਬੁੱਧ ਤੇ ਜੈਨ ਧਰਮ 'ਚ। ਤਾਂ ਉਹਨਾਂ ਨੂੰ ਵਾਪਸ ਜਿਹੜਾ ਬੁਲਾਉਣ ਦਾ ਕੰਮ ਕੌਣ ਕਰਦਾ? ਭਗਤ ਕਬੀਰ ਜੀ ਕਰਦੇ ਆ, ਭਗਤ ਪੀਪਾ ਜੀ, ਸ਼ੰਕਰਾਚਾਰਿਆ ਜੀ, ਜਾਂ ਭਗਤ ਸੈਨ ਜੀ। ਤਾਂ ਇਹ ਸਿਹਰਾ ਜਾਂਦਾ ਜੀ, ਸੀ ਆਪਸ਼ਨ ਬਿਲਕੁਲ ਸਹੀ ਹੈ, ਸ਼ੰਕਰਾਚਾਰਿਆ ਜੀ, ਠੀਕ ਹੈ ਜੀ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 9ਵਾਂ ਪ੍ਰਸ਼ਨ ਹੈ, ਸ਼ੰਕਰਾਚਾਰਿਆ ਦੁਆਰਾ ਦਿੱਤੇ ਗਏ ਸਿਧਾਂਤ ਨੂੰ ਕੀ ਕਿਹਾ ਜਾਂਦਾ ਸੀ। ਦੇਖੋ ਜੀ ਸ਼ੰਕਰਾਚਾਰਿਆ ਜੀ ਨੇ ਸਿਧਾਂਤ ਦਿੱਤੇ ਸੀਗੇ, ਤਾਂ ਉਸ ਨੂੰ ਕੀ ਕਿਹਾ ਜਾਂਦਾ ਸੀ? ਭਗਤੀ ਮਤ, ਸੂਫੀ ਮਤ, ਅਦਵੈਤਵਾਦ ਜਾਂ ਅਕਾਲਵਾਦ। ਤਾਂ ਦੱਸੋ ਜੀ ਕੀ ਕਿਹਾ ਜਾਂਦਾ ਸੀਗਾ ਉਸ ਨੂੰ? ਤਾਂ ਦੇਖੋ ਜੀ ਉਸ ਨੂੰ ਕਿਹਾ ਜਾਂਦਾ ਸੀ ਅਦਵੈਤਵਾਦ, ਠੀਕ ਹੈ। ਯਾਨੀ ਕਿ ਕਹਿੰਦੇ ਸੀ ਇੱਕ ਕਣ ਦੇ ਵਿੱਚੋਂ ਪ੍ਰਮਾਤਮਾ ਦੀ ਸ੍ਰਿਸ਼ਟੀ ਹੋਈ ਹੈ, ਲੋਕਾਂ ਦੀ ਸ੍ਰਿਸ਼ਟੀ ਹੋਈ ਹੈ, ਔਰ ਪ੍ਰਮਾਤਮਾ ਜਿਹੜਾ ਇੱਕ ਹੈ। ਇਸ ਤਰੀਕੇ ਦੇ ਨਾਲ ਇਹਨਾਂ ਨੇ ਆਪਾਂ ਨੂੰ ਕਿਹਾ ਸੀ। ਔਰ ਇੱਕ ਗੱਲ ਹੋਰ ਯਾਦ ਰੱਖ ਲਿਓ, ਜਿਹੜੇ ਨੈਨਾਰ ਸੀਗੇ, ਠੀਕ ਹੈ ਜੀ, ਅਲਵਾਰ ਤੇ ਨੈਨਾਰ ਪਿੱਛੇ ਪੜੇ ਨਾ, ਉਹਨਾਂ ਦੀ ਸੰਖਿਆ ਸੀਗੀ 12 ਅਲਵਾਰਾਂ ਦੀ, ਔਰ ਨੈਨਾਰ ਸੀਗੇ ਜਿਹੜੇ 63 ਸੀ। 63 ਜਿਹੜੇ ਨੈਨਾਰ ਸੀਗੇ ਉਹ ਸਭ ਤੋਂ ਕੀ ਸੀ? ਜ਼ਿਆਦਾ ਸੀ। ਅੱਗੇ ਜੀ ਸ਼ੰਕਰਾਚਾਰਿਆ ਦੁਆਰਾ ਕਿਸ ਸੰਪਰਦਾ ਨੂੰ ਜਨਮ ਦਿੱਤਾ ਗਿਆ। ਤਾਂ ਦੱਸੋ ਜੀ ਉਹਨਾਂ ਨੇ ਦੇਖੋ ਅਦਵੈਤਵਾਦ ਸਿਧਾਂਤ ਦੇ ਕੇ ਇੱਕ ਸੰਪਰਦਾ ਜਿਹੜੀ ਹੈ ਸ਼ੁਰੂ ਕੀਤੀ। ਤਾਂ ਉਹ ਕਿਹੜੀ ਸ਼ੁਰੂ ਕੀਤੀ ਸੀ? ਨਿਆਂਕਾਰੀ, ਨਿਰੰਕਾਰੀ, ਭਗਤੀ ਜਾਂ ਸਮ੍ਰਿਤੀ। ਤਾਂ ਇਹਨਾਂ ਨੇ ਸ਼ੁਰੂ ਕੀਤੀ ਸੀ ਜੀ ਸਮ੍ਰਿਤੀ, ਠੀਕ ਹੈ ਜੀ। ਇਹ ਹੈਗੇ ਸੀ ਦੱਖਣੀ ਇਲਾਕੇ ਦੇ, ਯਾਦ ਰੱਖ ਲਿਓ। ਅੱਗੇ 11ਵਾਂ ਪ੍ਰਸ਼ਨ ਆਪਣੇ ਕੋਲੇ, ਦੱਖਣੀ ਭਾਰਤ ਤੋਂ ਉੱਤਰੀ ਭਾਰਤ ਵਿੱਚ ਭਗਤੀ ਅੰਦੋਲਨ ਨੂੰ ਲੈ ਕੇ ਜਾਣ ਦਾ ਸਿਹਰਾ ਜਿਹੜਾ ਕਿਸ ਭਗਤ ਨੂੰ ਜਾਂਦਾ? ਦੇਖੋ ਜੀ ਦੱਖਣ ਭਾਰਤ ਤੋਂ ਇੱਥੋਂ ਇੱਧਰ ਨੂੰ ਲੈ ਕੇ ਗਿਆ, ਉਹ ਜਿਹੜਾ ਸਿਹਰਾ ਹੈ ਉਹ ਕਿਹੜੇ ਭਗਤ ਨੂੰ ਜਾਂਦਾ? ਕੌਣ ਲੈ ਕੇ ਗਿਆ ਸੀ ਉੱਥੇ? ਤਾਂ ਆਪਸ਼ਨ ਹੈ ਆਪਣੇ ਕੋਲੇ ਭਗਤ ਕਬੀਰ ਜੀ, ਰਾਮਾਨੰਦ ਜੀ, ਭਗਤ ਪੀਪਾ ਜੀ, ਸ਼ੰਕਰਾਚਾਰਿਆ ਜੀ। ਤਾਂ ਆਪਣੇ ਕੋਲੇ ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਂਦੀ ਹੈ। ਔਰ ਇਹਨਾਂ ਦਾ ਜਿਹੜਾ ਜਨਮ ਹੈ ਨਾ 1299 ਈਸਵੀ ਦੇ ਵਿੱਚ, 1299 ਈਸਵੀ ਚ ਪ੍ਰਯਾਗ ਵਿੱਚ ਹੋਇਆ ਸੀ, ਪ੍ਰਯਾਗ ਦੇ ਵਿੱਚ, ਠੀਕ ਹੈ ਜੀ। ਔਰ ਇੱਥੇ ਇਹਨਾਂ ਨੇ ਕੀ ਕੀਤਾ, ਇਸ ਤੋਂ ਬਾਅਦ ਜਿਹੜਾ ਪ੍ਰਯਾਗ ਤੋਂ ਸਿੱਖਿਆ ਕੁਛ ਹਾਸਲ ਕਰਦੇ ਨੇ, ਔਰ ਬਾਕੀ ਦੀ ਸਿੱਖਿਆ ਜਿਹੜੀ ਇਹਨਾਂ ਨੇ ਹਾਸਲ ਕੀਤੀ ਸੀ ਵਾਰਾਣਸੀ ਚ, ਯਾਨੀ ਕਿ ਸਿੱਖਿਆ ਜਿਹੜੀ ਆ ਵਾਰਾਣਸੀ ਦੇ ਵਿੱਚੋਂ ਹਾਸਲ ਕਰਦੇ ਨੇ, ਠੀਕ ਹੈ ਜੀ। ਔਰ ਇਹਨਾਂ ਦੇ ਜੇਕਰ ਗੱਲ ਕਰੀਏ 12 ਜਿਹੜੇ ਨੇ ਚੇਲੇ ਸੀਗੇ, ਜਿਨ੍ਹਾਂ ਚੋਂ 2 ਤਾਂ ਸੀਗੀਆਂ ਇਸਤਰੀਆਂ, ਔਰ 2 ਇਸਤਰੀਆਂ ਕਿਹੜੀਆਂ ਸੀ? ਤੁਸੀਂ ਸੁਣੀਆਂ ਹੋਣੀਆਂ, ਪਦਾਵਤੀ ਔਰ ਸੁਰਸਰੀ, ਇਹ ਸੀਗੇ। ਔਰ ਜਿਹੜੇ ਇਹਨਾਂ ਦੇ ਸ਼ਿਸ਼ ਸੀ, ਹੋਰ ਚੇਲੇ ਸੀ, ਜਿਵੇਂ ਆਪਾਂ ਗੱਲ ਕਰੀਏ ਰੈਦਾਸ, ਇਹ ਕਿਹੜੇ ਘਰਾਣੇ ਤੋਂ ਸੀ? ਹਰੀਜਨ, ਠੀਕ ਹੈ ਜੀ। ਇਹ ਵੀ ਇਹਨਾਂ ਦੇ ਚੇਲੇ ਸੀਗੇ। ਕਬੀਰ ਜੀ ਦੀ ਗੱਲ ਕਰ ਲਈਏ, ਕਬੀਰ ਜੀ ਦੇ ਗੁਰੂ ਵੀ ਆਪਾਂ ਕਹਿ ਸਕਦੇ ਹਾਂ, ਉਹ ਕੌਣ ਸੀਗੇ? ਰਾਮਾਨੰਦ ਜੀ। ਇਹ ਕਿਹੜੇ ਪਰਿਵਾਰ ਚੋਂ ਸੀ? ਇਹ ਸੀਗੇ ਜੁਲਾਹੇ। ਜਿਵੇਂ ਧੰਨਾ, ਹੁਣ ਆਪਾਂ ਧੰਨੇ ਦੀ ਗੱਲ ਕਰੀਏ, ਧੰਨਾ, ਤਾਂ ਇਹ ਕਿਹੜੇ ਪਰਿਵਾਰ ਚੋਂ ਸੀ? ਜੱਟ ਜਾਂ ਜਾਟ ਬੋਲ ਦਿੰਦੇ ਆ, ਠੀਕ ਹੈ ਜੀ। ਹੁੰਦੇ ਜੱਟ ਜਾਟ ਲੱਗ ਗਿਆ, ਪਰ ਕਈ ਵਾਰੀ ਕੁਐਸਚਨਾਂ ਦੇ ਵਿੱਚ ਕੀ ਹੈ, ਜੱਟ ਜਾਂ ਜਾਟ ਹੀ ਲਿਖਿਆ ਆਉਂਦਾ, ਤਾਂ ਇਸ ਕਰਕੇ ਯਾਦ ਰੱਖ ਲਿਓ। ਅੱਗੇ ਸੀਗਾ ਇੱਕ ਸੈਨਾ, ਇਹ ਕਿੰਨਾ ਦਾ ਸੀਗਾ? ਇਹ ਸੀਗਾ ਜੀ ਨਾਈ ਘਰਾਣੇ ਚੋਂ, ਠੀਕ ਹੈ, ਨਾਈਆਂ ਚੋਂ। ਅੱਗੇ ਸੀ ਭਗਤ ਪੀਪਾ ਜੀ, ਉਹ ਕਿੰਨਾ ਦੇ ਸੀਗੇ? ਰਾਜਪੂਤਾਂ ਦੇ, ਰਾਜਪੂਤ ਸੀਗੇ ਘਰਾਣੇ ਜਿਹੜੇ ਸੀਗੇ,
ਇਹ ਜਿਹੜੇ ਇੰਪੋਰਟੈਂਟ ਆ ਉਹੀ ਦੱਸ ਰਿਹਾ ਤੁਹਾਨੂੰ। ਇੱਕ ਸੀਗੇ ਸਦਨਾ ਜੀ, ਸਦਨਾ ਜੀ ਇਹ ਕਿਹੜੇ ਘਰਾਣੇ ਚੋਂ ਸੀ ਜਾਂ ਕਿਹੜੇ ਪਰਿਵਾਰ ਚੋਂ ਸੀ? ਤਾਂ ਇਹ ਸੀਗੇ ਜੀ ਕਸਾਈ। ਇਹ ਚੀਜ਼ਾਂ ਤੁਸੀਂ ਯਾਦ ਰੱਖ ਲੈਣੀਆਂ। ਅੱਗੇ ਹੈ ਜੀ ਰਾਮਾਨੰਦ ਭਗਤੀ ਅੰਦੋਲਨ ਨੂੰ ਉੱਤਰ ਭਾਰਤ ਵਿੱਚ ਕਿਸ ਦੇ ਬਲ ਤੇ ਲੈ ਕੇ ਗਿਆ? ਦੇਖੋ ਹੁਣ ਜਾਣਾ ਆਪਾਂ ਉੱਤਰ ਭਾਰਤ ਵਿੱਚ, ਇੱਥੇ ਆਣਾ ਸੀ ਦੱਖਣ ਭਾਰਤ ਵਿੱਚ। ਉੱਤਰ ਭਾਰਤ ਤੋਂ ਦੱਖਣ ਭਾਰਤ ਵਿੱਚ ਕਿਵੇਂ? ਦੱਖਣ ਭਾਰਤ ਵਿੱਚ ਤਾਂ ਪਹਿਲਾਂ ਹੀ ਫੈਲਿਆ ਹੋਇਆ ਸੀ ਨਾ, ਸੌਰੀ ਉੱਤਰ ਹੀ ਆਣਾ। ਉੱਤਰ ਭਾਰਤ ਵਿੱਚ ਕਿਸ ਦੇ ਬਲ ਤੇ? ਦੱਖਣ ਭਾਰਤ 'ਚ ਪਹਿਲਾਂ ਫੈਲਿਆ ਸੀ, ਉੱਤਰ 'ਚ ਲੈ ਕੇ ਗਏ ਸੀ, ਠੀਕ ਹੈ। ਤਾਂ ਉਹ ਕਿਹਦੇ ਬਲ ਤੇ ਲੈ ਗਿਆ ਸੀ? ਦੇਖੋ ਹੁਣ ਉਹਨੂੰ ਖਿੱਚ ਕੇ ਥੋੜੀ ਨਾ ਲੈ ਕੇ ਜਾਊਗਾ, ਮੋਢੇ ਤੇ ਰੱਸਾ ਪਾ ਕੇ ਥੋੜਾ ਨਾ ਲੈ ਜਾਊਗਾ ਕਿ ਮੈਂ ਮੋਢੇ ਨਾਲ ਖਿੱਚ ਕੇ ਲੈ ਕੇ ਜਾ ਰਿਹਾ, ਠੀਕ ਹੈ। ਤਾਂ ਉਹ ਕੀ ਕਰੂਗਾ, ਕੋਈ ਦਿਮਾਗ ਦੀ ਜਾਂ ਕੋਈ ਉਹਦੇ ਕੋਲੇ ਕਲਾ ਹੋਊਗੀ ਤਾਂ ਹੀ ਲੈ ਕੇ ਜਾਊਗਾ ਨਾ। ਦੇਖੋ ਹੁਣ ਮੈਂ ਤੁਹਾਨੂੰ ਗਿਆਨ ਵੰਡ ਰਿਹਾ, ਮੈਂ ਤੁਹਾਨੂੰ YouTube ਦਾ ਮਾਧਿਅਮ ਚੁਣਿਆ, ਮੈਨੂੰ ਨਹੀਂ ਪਤਾ ਤੁਸੀਂ ਕਿੱਥੋਂ ਕਿੱਥੋਂ ਦੇ ਹੋ, ਠੀਕ ਹੈ। ਔਰ ਨਾ ਹੀ ਮੈਂ ਪਰਸਨਲੀ ਤੌਰ ਤੇ ਤੁਹਾਨੂੰ ਜਾਣਦਾ, ਤਾਂ ਮੈਂ ਮਾਧਿਅਮ ਚੁਣ ਲਿਆ ਆਪਣਾ। ਲੈਂਗੁਏਜ ਆਪਣੀ ਦੋਵਾਂ ਦੀ ਇੱਕੋ ਸੀਗੀ, ਠੀਕ ਹੈ। ਤੁਸੀਂ ਮੇਰੀ ਲੈਂਗੁਏਜ ਜਿਹੜੀ ਆ ਉਹ ਸਮਝ ਸਕਦੇ ਹੋ ਤੇ ਮੈਂ ਆਪਣੇ ਲੈਂਗੁਏਜ ਦੇ ਵਿੱਚ ਤੁਹਾਡੇ ਸਾਹਮਣੇ ਵਿਚਾਰ ਰੱਖ ਸਕਦਾ। ਤਾਂ ਇਸ ਤਰ੍ਹਾਂ ਹੀ ਰਾਮਾਨੰਦ ਜੀ ਨੇ ਹਿੰਦੀ ਜਿਹੜੀ ਹੈ ਭਾਸ਼ਾ ਜਾਣਦੇ ਸੀਗੇ, ਜਿਸ ਦੇ ਕਰਕੇ ਕੀ ਹੈ ਉੱਤਰ ਭਾਰਤ ਵਿੱਚ ਗਏ ਤੇ ਉੱਥੇ ਜਾ ਕੇ ਜਿਹੜਾ ਭਗਤੀ ਅੰਦੋਲਨ ਦਾ ਜਿਹੜਾ ਇਹਨਾਂ ਨੇ ਵਿਸਤਾਰ ਕੀਤਾ ਸੀਗਾ। ਅੱਗੇ ਹੈ ਜੀ ਦਵੈਤਵਾਦ ਦਾ ਸਿਧਾਂਤ ਕਿਸ ਨੇ ਦਿੱਤਾ? ਹੁਣ ਦਵੈਤਵਾਦ ਕੀ ਚੀਜ਼ ਸੀਗੀ, ਇੰਨਾ ਪੇਪਰ 'ਚ ਡੀਪ ਵਿੱਚ ਪੁੱਛਦਾ ਨਹੀਂ, ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਨਾ। ਇਹ ਕਹਿੰਦੇ ਸੀਗੇ ਕਿ ਦੋ ਜਿਹੜੇ ਪਰਮਾਤਮਾ ਦੇ ਰੂਪ ਦੋ ਦੇ ਦਿੰਦੇ ਸੀ। ਇਹ ਕਹਿੰਦੇ ਸੀ ਇੱਕ ਤਾਂ ਪ੍ਰਾਰਥਨਾ ਕਰਨ ਵਾਲਾ, ਮਤਲਬ ਕਿ ਬੇਨਤੀ ਕਰਨ ਵਾਲਾ, ਔਰ ਇੱਕ ਬੇਨਤੀ ਸੁਣਨ ਵਾਲਾ, ਠੀਕ ਹੈ। ਕਹਿੰਦੇ ਸੀ ਦੋ ਰੂਪ ਹੈ ਦਵੈਤਵਾਦ। ਤਾਂ ਇਹ ਕਿਹਨਾਂ ਨੇ ਦਿੱਤਾ ਸੀਗਾ? ਤਾਂ ਰਾਮਾਨੁਜ ਆਚਾਰਿਆ, ਮਾਧਵਾਚਾਰਿਆ, ਵਿਸ਼ਨੂੰ ਸਵਾਮੀ ਜਾਂ ਨਿੰਬਾਕਰ ਆਚਾਰਿਆ। ਦੇਖੋ ਜੀ ਇਹ ਦਿੱਤਾ ਸੀ ਮਾਧਵਾਚਾਰਿਆ ਨੇ। ਹੁਣ ਇਹਨੂੰ ਯਾਦ ਰੱਖਣਾ, ਇਹਨੂੰ ਕਿਵੇਂ ਰੱਖਾਂਗੇ? ਦੇਖੋ ਮੱਧ ਕੀ ਹੁੰਦਾ? ਸੈਂਟਰ ਵਾਲਾ ਹਿੱਸਾ, ਔਰ ਸੈਂਟਰ ਵਾਲਾ ਹਿੱਸੇ 'ਚ ਕੀ ਹੁੰਦਾ? ਇੱਕ ਚੀਜ਼ ਇੱਧਰ ਹੁੰਦੀ, ਇੱਕ ਇੱਧਰ। ਯਾਦ ਰੱਖ ਲਿਓ, ਦਵੈਤਵਾਦ ਦੋ ਚੀਜ਼ਾਂ, ਠੀਕ ਹੈ ਜੀ। ਔਰ ਦੇਣ ਵਾਲੇ ਕੌਣ ਸੀਗੇ? ਮਾਧਵਾਚਾਰਿਆ, ਠੀਕ ਹੈ। ਮਾਧਵਾ ਯਾਨੀ ਕਿ ਸੈਂਟਰ 'ਚ। ਇਹ ਹੁਣ ਤੁਹਾਨੂੰ ਟ੍ਰਿਕ ਕਦੇ ਵੀ ਨਹੀਂ ਭੁੱਲੇਗੀ, ਮੈਂ ਉਮੀਦ ਕਰਦਾ। ਸਟੂਡੈਂਟਸ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰੋ ਕਿ ਹਰ ਇੱਕ ਲੋੜਵੰਦ ਬੱਚੇ ਤੱਕ ਪਹੁੰਚ ਸਕੇ। ਆਪਣੇ ਇਸ ਚੈਨਲ ਦੀ ਬਿਲਕੁਲ ਵੀ ਫੀਸ ਨਹੀਂ ਹੈ। ਸਾਡੇ ਇਸ ਚੈਨਲ ਦੀ ਫੀਸ ਸਿਰਫ ਇਹੀ ਹੈ ਕਿ ਤੁਸੀਂ ਇਸ ਚੈਨਲ ਨੂੰ ਇੰਨਾ ਕੁ ਬੁਲੰਦੀਆਂ ਤੱਕ ਪਹੁੰਚਾ ਦਿਓ ਕਿ ਹਰ ਇੱਕ ਲੋੜਵੰਦ ਬੱਚਾ ਸਾਡੇ ਚੈਨਲ ਉੱਪਰ ਫ੍ਰੀ ਦੇ ਵਿੱਚ ਤਿਆਰੀ ਕਰ ਸਕੇ। ਔਰ ਆਪਾਂ ਦਵੈਤਵਾਦ ਦੀ ਜਿਹੜੀ ਗੱਲ ਕਰ ਲਈਏ, ਹੁਣ ਇਹਨਾਂ ਨੇ ਜਿਹੜੀ ਸੰਪਰਦਾ ਚਲਾਈ ਸੀ ਮਾਧਵਾਚਾਰਿਆ ਨੇ, ਜਿਵੇਂ ਆਪਣੇ ਕੋਲੇ ਅਦਵੈਤਵਾਦ ਸੀਗਾ ਰਾਮਾਨੰਦ ਜੀ ਦੁਆਰਾ, ਉਹਨਾਂ ਨੇ ਸੰਪਰਦਾ ਚਲਾਈ ਸੀ ਸਮ੍ਰਿਤੀ। ਤਾਂ ਇਹਨਾਂ ਨੇ ਕਿਹੜੀ ਚਲਾਈ ਸੀ? ਇਹਨਾਂ ਨੇ ਚਲਾਈ ਸੀ ਬ੍ਰਾਹਮਣ ਜਾਂ ਬ੍ਰਹਮੋ ਵੀ ਬੋਲ ਦਿੰਦੇ ਨੇ। ਹੁਣ ਇੱਕ ਯਾਦ ਰੱਖ ਲਓ, ਇੱਕ ਬ੍ਰਹਮੋ ਸਮਾਜ ਹੋਇਆ ਔਰ ਰਾਜਾ ਰਾਮ ਮੋਹਨ ਰਾਏ ਜੀ ਵਾਲਾ, ਇਹ ਉਹ ਚੀਜ਼ ਨਹੀਂ। ਇਹਨਾਂ ਨੇ ਸੰਪਰਦਾ ਚਲਾਈ ਸੀ ਬ੍ਰਹਮੋ ਜਾਂ ਬ੍ਰਾਹਮਣ ਸੰਪਰਦਾ, ਠੀਕ ਹੈ ਜੀ। ਇਹ ਚੀਜ਼ਾਂ ਯਾਦ ਰੱਖਣੀਆਂ। ਅੱਗੇ ਹੈ ਜੀ ਦੈਤਾ ਦਵੈਤਵਾਦ। ਹੁਣ ਦੇਖੋ ਉਹਦਾ ਸਕੇਅਰ ਹੋ ਗਿਆ, ਦਵੈਤਵਾਦ ਦਾ ਦੈਤਾ ਦਵੈਤਵਾਦ, ਉਹਦਾ ਸਕੇਅਰ ਹੋ ਗਿਆ ਨਾ, 2 × 2 4। ਤਾਂ ਰਾਮਾਨੁਜ ਆਚਾਰਿਆ ਸੀ, ਮਾਧਵਾਚਾਰਿਆ ਸੀ, ਵਿਸ਼ਨੂੰ ਸਵਾਮੀ ਸੀ ਜਾਂ ਨਿੰਬਾਕਰਾ ਸੀ? ਦੱਸੋ ਜੀ ਦੈਤਾ ਦਵੈਤਵਾਦ ਜੀ। ਤਾਂ ਇਹ ਸੀਗੇ ਜੀ ਨਿੰਬਾਕਰਾ, ਠੀਕ ਹੈ। ਯਾਦ ਰੱਖ ਲਿਓ, ਨਿੰਬੂ ਜਿਹੜਾ ਖਾਂਦੇ ਹੋ ਨਾ, ਨਿੰਬੂ ਕੱਟ ਕੇ ਖਾਵਾਂਗੇ ਅਚਾਰ ਦੇ ਵਿੱਚ। ਜਦੋਂ ਖਾਣਾ ਤਾਂ 2 ਫਾੜੀਆਂ ਆਪਾਂ ਕੱਟਾਂਗੇ, ਤਾਂ 2 ਆਪਣੇ ਕੋਲੇ ਉੱਪਰ ਪਹਿਲਾਂ ਹੀ ਪਈਆਂ ਸੀਗੀਆਂ। 2 ਦਾ ਸਕੇਅਰ ਦੈਤਾ ਦਵੈਤਵਾਦ, ਇਹ ਵੀ ਕਦੇ ਵੀ ਨਹੀਂ ਭੁੱਲੇਗਾ ਤੁਹਾਡੇ ਕੋਲੋਂ। ਔਰ ਇਹਨਾਂ ਨੇ ਜਿਹੜਾ ਚਲਾਇਆ ਸੀ, ਤਾਂ ਇਹਨਾਂ ਨੇ ਕਿਹੜਾ ਸੰਪਰਦਾ ਜਿਹੜੀ ਸੀ ਚਲਾਈ ਸੀ? ਸਨਕ ਬੋਲ ਦਿੰਦੇ ਜਾਂ ਸਨਕਾਦੀ ਬੋਲ ਦਿੰਦੇ ਆ, ਠੀਕ ਹੈ ਜੀ। ਸਨਕ ਜਾਂ ਸਨਕਾਦੀ, ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਅੱਗੇ ਆ ਸਟੂਡੈਂਟਸ, ਆਪਣੇ ਕੋਲੇ ਅੱਜ ਦਾ 15 ਨੰਬਰ ਪ੍ਰਸ਼ਨ ਹੈ, ਸ਼ੁੱਧ ਦਵੈਤਵਾਦ ਦਾ ਸਿਧਾਂਤ ਕਿਸ ਨੇ ਦਿੱਤਾ? ਤਾਂ ਦੱਸੋ ਜੀ, ਸ਼ੁੱਧ ਦਵੈਤਵਾਦ ਦਾ ਕਿਹਨੇ ਦਿੱਤਾ ਸੀਗਾ? ਰਾਮਾਨੁਜ ਆਚਾਰਿਆ ਨੇ, ਵੱਲਭਾਚਾਰਿਆ ਨੇ, ਵਿਸ਼ਨੂੰ ਸਵਾਮੀ ਨੇ ਜਾਂ ਨਿੰਬਾਕਰਾ ਆਚਾਰਿਆ ਨੇ? ਤਾਂ ਦੇਖੋ ਜੀ, ਸ਼ੁੱਧ ਦਵੈਤਵਾਦ ਦਾ ਜਿਹੜਾ ਵਿਚਾਰ ਸੀਗਾ ਉਹ ਦਿੱਤਾ ਸੀਗਾ ਵਿਸ਼ਨੂੰ ਸਵਾਮੀ ਜੀ ਨੇ। ਦੇਖੋ ਜੀ, ਵਿਸ਼ਨੂੰ ਨੂੰ ਆਪਾਂ ਗੁਰੂ ਮੰਨਦੇ ਆ, ਵਿਸ਼ਨੂੰ ਸ਼ਬਦ ਦੀ ਗੱਲ ਕਰੀਏ ਨਾ, ਤਾਂ ਗੁਰੂ ਮੰਨਦੇ ਆ ਵਿਸ਼ਨੂੰ ਜੀ ਨੂੰ। ਔਰ ਵਿਸ਼ਨੂੰ ਜੀ ਕੀ ਸੀਗੇ? ਸ਼ੁੱਧ ਸੀਗੇ। ਯਾਦ ਰੱਖ ਲਓ, ਵਿਸ਼ਨੂੰ ਸ਼ੁੱਧ, ਤੁਹਾਨੂੰ ਇਹ ਕਦੇ ਵੀ ਨਹੀਂ ਭੁੱਲੇਗਾ। ਔਰ ਇਹਨਾਂ ਨੇ ਕਿਹੜਾ ਸੰਪਰਦਾ ਜਿਹੜਾ ਸ਼ੁਰੂ ਕੀਤਾ ਸੀ? ਤਾਂ ਉਹਦਾ ਨਾਮ ਕੀ ਸੀਗਾ? ਰੁਦਰ ਸੀਗਾ। ਰੁਦਰ ਮਨਕੇ ਹੁੰਦੇ ਨਾ, ਮਾਲਾ ਦੇ ਵਿੱਚ ਪਾਏ ਹੁੰਦੇ ਮਨਕੇ, ਜਿਵੇਂ ਆਪਾਂ ਰੀਠਿਆਂ ਤਰ੍ਹਾਂ ਦੇਖੇ ਹੋਣੇ ਆ ਰੁਦਰ, ਜਦ ਰੁਦਰਾਕਸ਼ ਵੀ ਬੋਲ ਦਿੰਦੇ ਆ। ਕਈ ਵਾਰੀ ਫ੍ਰੀ ਵਾਲੇ ਚੈਨਲ ਨਹੀਂ, ਆਪਣੇ ਛੋਟੇ ਚੈਨਲ ਆ ਜਿਹੜੇ, ਉਹ ਦਿਖਾਉਂਦੇ ਹੁੰਦੇ ਆ ਕਿ ਰੁਦਰਾਕਸ਼ ਵੇਚਦੇ ਆ ਤੇ ਲੋਕਾਂ ਨੂੰ ਭਰਮਾਉਣ ਦੇ ਵਾਸਤੇ ਐਡਵਰਟਾਈਜ਼ਮੈਂਟ ਦਿੰਦੇ ਨੇ। ਤਾਂ ਉਹੀ ਰੁਦਰ, ਠੀਕ ਹੈ। ਯਾਦ ਰੱਖ ਲਓ, ਉੱਥੋਂ ਰੁਦਰ, ਇਹ ਰੁਦਰ ਜਿਹੜੇ ਨੇ ਪਾਏ ਹੁੰਦੇ ਸੀ ਸ਼ਿਵਜੀ ਦੇ ਗਲੇ ਦੇ ਵਿੱਚ।
ठीक है, ये भी याद रख सकते हो। तो शुद्ध द्वैतवाद, ठीक है, और किन्ना ने शुरू किया सी? विष्णु स्वामी ने। ट्रिक्स ਜਿਹੜੀਆਂ स्टूडेंट्स ਤੁਸੀਂ ਆਪਣੇ ਦਿਮਾਗ ਦੇ ਨਾਲ ਵੀ ਬਣਾ ਸਕਦੇ ਹੋ, ਜ਼ਰੂਰੀ ਨਹੀਂ ਕਿ ਤੁਸੀਂ ਮੇਰੀਆਂ ਹੀ ਟ੍ਰਿਕਸ ਜਿਹੜੀਆਂ ਯਾਦ ਰੱਖਣੀਆਂ ਪੇਪਰ 'ਚ। ਅੱਗੇ ਹੈ ਜੀ ਵਿਸ਼ਿਸ਼ਟਾਵਾਦ, ਵਿਸ਼ਿਸ਼ਟਾ ਦਵੈਤਵਾਦ ਕਿਸ ਨੇ ਸ਼ੁਰੂ ਕੀਤਾ? ਮਤਲਬ ਅਲੱਗ-ਅਲੱਗ ਦਵੈਤਵਾਦ, ਵਿਸ਼ਿਸ਼ਟ ਕੀ ਹੁੰਦਾ? ਅਲੱਗ-ਅਲੱਗ। ਤਾਂ ਇਹ ਕਿੰਨਾ ਨੇ ਸ਼ੁਰੂ ਕੀਤਾ ਸੀ? ਰਾਮਾਨੁਜ ਆਚਾਰਿਆ, ਵੱਲਭਾਚਾਰਿਆ, ਵਿਸ਼ਨੂੰ ਸਵਾਮੀ ਜਾਂ ਫਿਰ ਨਿਬਾਕਰਾਂ ਨੇ। ਤਾਂ ਇਹ ਸ਼ੁਰੂ ਕੀਤਾ ਸੀ ਜੀ ਰਾਮਾਨੁਜ ਆਚਾਰਿਆ ਨੇ। ਹੁਣ ਰਾਮਾਨੰਦ ਨਹੀਂ ਭੁਲੇਖਾ ਖਾਣਾ, ਰਾਮਾਨੁਜ ਆਚਾਰਿਆ ਨੇ ਕੀਤਾ ਸੀਗਾ। ਤਾਂ ਇਹ ਕੀ ਸੀਗੇ? ਰਾਮ ਦੀ ਰਿਸਪੈਕਟ ਕਰਦੇ ਸੀ। ਹੁਣ ਦੇਖੋ ਰਾਮ ਦੇ ਰੂਪ ਕੀ ਸੀਗੇ? ਵਸ਼ਿਸ਼ਟ ਸੀ। ਆਪਾਂ ਕਹਿ ਸਕਦੇ ਹਾਂ ਕਿ ਰਾਮ ਇੱਕ ਵਿਸ਼ਿਸ਼ਟ ਵਿਅਕਤੀ ਸੀ ਜਿਨ੍ਹਾਂ ਕੋਲੋਂ ਤੀਰ ਜਿਹੜਾ ਉਹ ਵੀ ਟੁੱਟ ਗਿਆ ਸੀਗਾ ਜਦੋਂ ਸੀਤਾ ਨਾਲ ਵਿਆਹ ਹੁੰਦਾ, ਤਾਂ ਹੋਰ ਕਿਸੇ ਕੋਲੋਂ ਜਿਹੜਾ ਬਾਣ ਆ ਉਹ ਨਹੀਂ ਟੁੱਟਿਆ ਸੀਗਾ। ਵਿਸ਼ਿਸ਼ਟ ਵਿਅਕਤੀ ਸੀਗੇ ਜਿਹੜੇ ਏਡੇ ਵੱਡੇ, ਜਿਹੜੇ ਸ਼੍ਰੀਲੰਕਾ ਦੇ ਵਿੱਚ ਲੰਕਾ ਜਿਹੜੀ ਆ ਖਤਮ ਕਰਕੇ ਆ ਗਏ ਸੀ। ਠੀਕ ਹੈ, ਤਾਂ ਇਸ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ। ਔਰ ਇੱਕ ਗੱਲ ਹੋਰ ਯਾਦ ਰੱਖੀਏ ਕਿ ਇਹਨਾਂ ਦਾ ਜਿਹੜਾ ਜਨਮ ਹੈ ਰਾਮਾਨੁਜ ਆਚਾਰਿਆ ਜੀ ਦਾ 1017 ਈਸਵੀ ਦੇ ਵਿੱਚ ਹੁੰਦਾ। ਠੀਕ ਹੈ ਜੀ, ਤਾਂ ਹੁੰਦਾ ਕਿੱਥੇ ਆ? ਮਦਰਾਸ ਦੇ ਕੋਲੇ ਜਗ੍ਹਾ ਸੀਗੀ ਪੈਰੰਬਰ। ਠੀਕ ਹੈ, ਉੱਥੇ ਹੋਇਆ ਸੀ ਤੇ 1137 ਚ ਇਹਨਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ। ਇਸ ਤਰੀਕੇ ਦੇ ਨਾਲ ਯਾਦ ਰੱਖ ਲੈਣਾ। ਔਰ ਇਹ ਜਿਹੜਾ ਆਪਣਾ ਗੁਰੂ ਸੀਗੇ, ਇਹਨਾਂ ਨੇ ਹੁਣ ਜੇ ਦੇਖੋ ਜਿਹੜੀ ਸਿੱਖਿਆ ਪ੍ਰਾਪਤ ਕੀਤੀ ਸੀ ਜਾਂ ਗੁਰੂ ਮੰਨਿਆ ਸੀ ਤਾਂ ਉਹ ਸੀਗਾ ਯਾਦਵ ਪ੍ਰਕਾਸ਼। ਅੱਗੇ ਸੀਗਾ ਜੀ ਸਵਗੁਣ ਅਤੇ ਨਿਰਗੁਣ ਦੋਵੇਂ ਸੰਪਰਦਾਵਾਂ ਦਾ ਉਪਾਰ ਜਿਹੜਾ ਕਿਸ ਨੇ ਕੀਤਾ? ਤਾਂ ਦੇਖੋ ਜੀ ਅੱਗੇ ਕੁਐਸਚਨਾਂ 'ਚ ਆਪਾਂ ਇਹ ਵੀ ਪੜਾਂਗੇ ਕਿ ਇਹ ਚੀਜ਼ਾਂ ਕੀ ਨੇ ਦੋਵੇਂ, ਸਵਗੁਣ ਤੇ ਨਿਰਗੁਣ ਕਿਹਾ ਕਿਹਨੂੰ ਜਾਂਦਾ। ਤਾਂ ਉਹ ਸ਼ੁਰੂ ਕਰਨ ਵਾਲੇ ਕੌਣ ਸਨ? ਆਪਾਂ ਨੂੰ ਇਹ ਪੁੱਛਿਆ ਇੱਥੇ ਰਾਮਾਨੁਜ ਆਚਾਰਿਆ, ਵੱਲਭਾਚਾਰਿਆ, ਵਿਸ਼ਨੂੰ ਸਵਾਮੀ ਜਾਂ ਫਿਰ ਰਾਮਾਨੰਦ। ਤਾਂ ਦੱਸੋ ਜੀ ਕੌਣ ਸੀਗੇ ਜਿਨ੍ਹਾਂ ਨੇ ਸ਼ੁਰੂ ਕੀਤਾ ਸੀਗਾ? ਤਾਂ ਦੇਖੋ ਇਹ ਦੋਵੇਂ ਸੰਪਰਦਾਵਾਂ ਵਿੱਚ ਵਿਸ਼ਵਾਸ ਕਰਨ ਵਾਲੇ ਜਾਂ ਉਪਾਰ ਕਰਨ ਵਾਲੇ ਉਹ ਕੌਣ ਸੀਗੇ? ਰਾਮਾਨੰਦ। ਇਹ ਚੀਜ਼ਾਂ ਯਾਦ ਰੱਖਣੀਆਂ ਤੁਸੀਂ। ਸਟੂਡੈਂਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹਿਣਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਪੁੰਨ ਜਨਮ, ਪੁੰਨ ਜਨਮ ਵਿੱਚ ਵਿਸ਼ਵਾਸ ਰੱਖਣ ਵਾਲੇ, ਪੁੰਨ ਜਨਮ ਮਤਲਬ ਦੁਬਾਰਾ ਵਿਸ਼ਵਾਸ, ਦੁਬਾਰਾ ਜਨਮ ਹੋ ਜਾਣਾ। ਠੀਕ ਹੈ, ਮਤਲਬ ਕਿ ਇੱਕ ਜਣਾ ਮਰ ਜਾਂਦਾ ਉਸ ਤੋਂ ਬਾਅਦ ਦੁਬਾਰਾ ਜਿਹੜਾ ਪੈਦਾ ਹੋ ਜਾਂਦੇ ਨੇ, ਇਹਨਾਂ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਉਹ ਕੌਣ ਰੱਖਦਾ ਸੀ? ਇਹ ਪੁੱਛਿਆ ਆਪਾਂ ਨੂੰ। ਸਵਗੁਣ ਕਹਿੰਦੇ ਸੀ ਉਹਨਾਂ ਨੂੰ, ਨਿਰਗੁਣ ਕਹਿੰਦੇ ਸੀ, ਕਰਤੂ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਉਹਨਾਂ ਨੂੰ ਕਹਿੰਦੇ ਸੀ ਜੀ ਸਵਗੁਣ, ਸਵਗੁਣ। ਅੱਗੇ ਜੀ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ ਨੂੰ ਕੀ ਕਿਹਾ ਜਾਂਦਾ ਸੀ? ਡੈਫੀਨੇਟਲੀ ਜੀ ਗੱਲ ਹੈ ਨਿਰਗੁਣ ਕਿਹਾ ਜਾਂਦਾ ਸੀ। ਠੀਕ ਹੈ ਜੀ, ਜਿਹੜੇ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸੀ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 20 ਨੰਬਰ ਪ੍ਰਸ਼ਨ ਹੈ। ਕਹਿੰਦੇ ਕਿ ਸਭ ਤੋਂ ਮਸ਼ਹੂਰ ਭਾਸ਼ਣਕਾਰ ਤੁਲਸੀਦਾਸ, ਨਾਭਾਦਾਸ, ਨੰਬਰਿਕਾ ਆਚਾਰਿਆ, ਵੱਲਭਾਚਾਰਿਆ, ਚੇਤਨਿਆ ਵਰਗੇ ਰਾਮ ਭਗਤ, ਸੂਰਦਾਸ, ਮੀਰਾਬਾਈ ਜਿਵੇਂ ਜਿਹੜੇ ਕ੍ਰਿਸ਼ਨ ਭਗਤ ਸੀ, ਤਾਂ ਆਦਿ ਕਿਸ ਵਿੱਚ ਵਿਸ਼ਵਾਸ ਰੱਖਦੇ ਸੀ? ਇਹ ਸਾਰੇ ਸਵਗੁਣ ਚ, ਨਿਰਗੁਣ ਚ ਜਾਂ ਕਰਤੂ ਚ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹ ਰੱਖਦੇ ਸੀਗੇ ਜੀ ਸਵਗੁਣ ਚ, ਯਾਨੀ ਕਿ ਦੁਬਾਰਾ ਜਿਹੜਾ ਜਨਮ ਦੇ ਵਿੱਚ ਇਹ ਵਿਸ਼ਵਾਸ ਰੱਖਦੇ ਸੀ, ਪੁਨਰ ਜਨਮ ਦੇ ਵਿੱਚ ਵਿਸ਼ਵਾਸ ਰੱਖਦੇ ਸੀ। ਅੱਗੇ ਹੈ ਜੀ ਕਬੀਰ ਜੀ ਕਿਸ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਦੇ ਸੀ? ਜਿਹੜੇ ਭਗਤ ਕਬੀਰ ਜੀ ਹੋਏ ਆ ਉਹ ਕਿੰਦੇ ਚ ਰੱਖਦੇ ਸੀਗੇ? ਸਵਗੁਣ ਚ, ਨਿਰਗੁਣ ਚ, ਕਰਤੂ ਚ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਉਹ ਰੱਖਦੇ ਸੀਗੇ ਨਿਰਗੁਣ ਚ ਵਿਸ਼ਵਾਸ। ਔਰ ਨਾਲ ਹੀ ਇਹਨਾਂ ਨੂੰ ਕੀ ਕਿਹਾ ਗਿਆ? ਉੱਤਰੀ ਇਲਾਕੇ ਦਾ, ਉੱਤਰ ਭਾਰਤ ਦੇ ਇਹਨਾਂ ਨੂੰ ਅਧਿਆਤਮਿਕ ਗੁਰੂ ਵੀ ਮੰਨਿਆ ਗਿਆ, ਦਰਜਾ ਦਿੱਤਾ ਗਿਆ। ਭਾਰਤੀ ਪੰਥਾਂ ਦੇ ਕੀ ਸੀਗੇ? ਅਧਿਆਤਮਿਕ ਗੁਰੂ। ਤਾਂ ਵਿਦਿਆਰਥੀ ਸਾਥੀਓ ਇਹ ਸੀਗੀ ਸਾਡੀ ਅੱਜ ਦੀ ਭਗਤੀ ਅੰਦੋਲਨ ਦੀ ਜਿਹੜੀ ਫਸਟ ਲਾਈਵ ਸੈਸ਼ਨ ਦੀ ਸ਼ੁਰੂਆਤ। ਔਰ ਸਟੂਡੈਂਟਸ ਜਿਹੜੇ ਚੈਨਲ ਹਜੇ ਤੱਕ ਸਬਸਕ੍ਰਾਈਬ, ਜਿਨ੍ਹਾਂ ਸਟੂਡੈਂਟਸ ਨੇ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰਨ ਔਰ ਵੀਡੀਓ ਨੂੰ ਇੰਨਾ ਕੁ ਪਹੁੰਚਾਉਣ ਉੱਪਰ ਹਾਈ ਲੈਵਲ ਤੱਕ, ਤਾਂ ਕਿ ਹਰ ਇੱਕ ਲੋੜਵੰਦ ਬੱਚੇ ਤੱਕ ਆਪਣੀ ਵੀਡੀਓ ਜਿਹੜੀ ਹੈ ਪਹੁੰਚ ਸਕੇ। ਸੋ ਸਟੂਡੈਂਟਸ, ਕੁੱਬਾ ਲਰਨੌਲਜੀ ਫ੍ਰੀ ਐਡੂਕੇਸ਼ਨਲ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।